ते हजूर कहते मिलता की है फिर इं गुरमुख आप निवारीय सब राज सृष्ट काले। ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਆਪਾ ਭਾਵ ਜਿਹਨੇ ਗੁਰੂ ਦੇ ਅੱਗੇ ਨਿਵਾਰਿਆ, ਵਾਰ ਦਿੱਤਾ, ਸਮਰਪਿਤ ਕਰ ਦਿੱਤਾ। ਮੈਂ ਤਿੰਨ ਕੁ ਉਦਾਹਰਨਾਂ ਆਪ ਜੀ ਨਾਲ ਸਾਂਝੀਆਂ ਕਰਾਂਗਾ। ਇੱਕ ਹੁੰਦੀ ਹੈ ਮਨ ਦੀ ਕੁਰਬਾਨੀ, ਇੱਕ ਹੁੰਦੀ ਹੈ ਧਨ ਦੀ ਕੁਰਬਾਨੀ, ਤੇ ਇੱਕ ਹੁੰਦੀ ਹੈ ਤਨ ਦੀ ਕੁਰਬਾਨੀ। ਵਿਦਵਾਨਾਂ ਨੇ ਜੋ ਲਿਖਿਆ ਹੈ, ਧਨ ਦੀ ਕੁਰਬਾਨੀ ਦੋ ਤਰ੍ਹਾਂ ਦੀ ਹੈ। ਇੱਕ ਹੈ ਗੁਰਮਤ ਦੇ ਅਨੁਕੂਲ, ਇੱਕ ਹੈ ਆਪਣੇ ਫਾਇਦੇ ਵਾਸਤੇ ਧਨ ਕੁਰਬਾਨ ਕੀਤਾ ਜਾਂਦਾ ਹੈ। ਦੋ ਤਰ੍ਹਾਂ ਦੇ ਨਾਲ ਧਨ ਕੁਰਬਾਨ ਕੀਤਾ ਜਾਂਦਾ ਹੈ। ਧਨ ਦੀ ਕੁਰਬਾਨੀ ਕਈ ਵਾਰੀ ਆਪਾਂ ਦੇਖਦੇ ਕਿ ਬੱਚੀ ਦੀ ਸ਼ਾਦੀ ਹੋਵੇ, ਕੁਝ ਰਸਮਾਂ ਐਸੀਆਂ ਜਿਨ੍ਹਾਂ ਦੀ ਜ਼ਰੂਰਤ ਨਹੀਂ, ਪਰ ਦੁਨੀਆ ਦੇ ਵਿੱਚ ਨੱਕ ਰੱਖਣ ਦੇ ਵਾਸਤੇ ਉਹ ਕਰਨੀਆਂ ਪੈਂਦੀਆਂ ਏ, ਭਾਵੇਂ ਕਰਜ਼ਾ ਚੁੱਕ ਕੇ ਕਰਨੀਆਂ ਪੈਣ, ਉਹ ਧਨ ਦੀ ਕੁਰਬਾਨੀ ਦੇਣੀ ਪੈਂਦੀ ਹੈ। ਤੇ ਕਈ ਵਾਰੀ ਲੜਕੇ ਵਾਲੇ ਆਪਾਂ ਦੇਖਦੇ ਹਾਂ ਵੀ ਉਹ ਪਰਿਵਾਰ ਦੇ ਵਿੱਚ ਕਈ ਵਾਰੀ ਲੜਕੇ ਦਾ ਤਾਂ ਚਾਚਾ ਤਾਇਆ ਕਈ ਵਾਰੀ ਇਹੋ ਜਿਹਾ ਬੜਬੋਲਾ ਹੁੰਦਾ ਹੈ, ਤੇ ਉਹ ਆ ਕੇ ਕਈ ਵਾਰੀ ਕਹਿੰਦਾ ਹੈ ਵੀ ਵੇਖੋ ਆ ਕਿਹੜੇ ਘਰ ਦੇ ਵਿੱਚ, ਕਿਹੜੇ ਕੰਗਾਲਾਂ ਦੇ ਘਰ ਵਿੱਚ ਮੁੰਡਾ ਜਿਹੜਾ ਅਸੀਂ ਵਿਆਹੁਣ ਵਾਸਤੇ ਆ ਗਏ ਹਾਂ। ਕਿਉਂਕਿ ਉਹ ਚਾਹੁੰਦਾ ਹੁੰਦਾ ਹੈ ਵੀ ਕੋਈ ਨਾ ਕੋਈ ਇੱਥੇ ਗੱਲਬਾਤ ਹੋਵੇ, ਖੱਲਰ ਪਵੇ। ਤੇ ਮੁੰਡੇ ਦਾ ਪਿਓ ਵੀ ਕਈ ਵਾਰੀ ਲੜਕੀ ਦੇ ਪਿਤਾ ਨੂੰ ਇਹ ਗੱਲ ਕਹਿੰਦਾ ਹੈ ਵੀ ਅਸਲ ਵਿੱਚ ਤੁਹਾਨੂੰ ਕਿਹਾ ਸੀ ਬਰਾਤ ਦੀ ਚੰਗੀ ਤਰ੍ਹਾਂ ਸੇਵਾ ਕਰਿਓ, ਇਹ ਆਪਣੀ ਪਰਖ ਦੀ ਘੜੀ ਸੀ, ਤੁਸੀਂ ਇਹ ਚੰਗਾ ਨਹੀਂ ਕੀਤਾ। ਹਾਲਾਂਕਿ ਲੜਕੀ ਦਾ ਪਿਓ ਉਹਦੇ ਮਨ ਦੇ ਅੰਦਰ ਕਈ ਵਾਰੀ ਇਹ ਗੱਲ ਹੁੰਦੀ ਹੈ ਵੀ ਇਹਨੂੰ ਬੰਦੇ ਨੂੰ ਇਹੋ ਜਿਹੀ ਬਰਾਤ ਨੂੰ ਕੰਨੋਂ ਫੜ ਕੇ ਬਾਹਰ ਕੱਢ ਦੇਵਾਂ, ਪਰ ਲੜਕੀ ਵਸਾਉਣੀ ਹੈ। ਉਹ ਹੱਥ ਜੋੜ ਕੇ ਕਹੇਗਾ ਕੋਈ ਗੱਲ ਨਹੀਂ, ਜੇ ਕੋਈ ਗਲਤੀ ਹੋ ਗਈ ਹੈ ਤਾਂ ਮਾफ़ ਕਰਿਓ। ਧਨ ਦੀ ਕੁਰਬਾਨੀ ਵੀ ਦਿੱਤੀ। ਕਈ ਵਾਰੀ ਕਿਸੇ ਦਾ ਬੱਚਾ ਕੋਈ ਅਗਵਾਹ ਕਰ ਲਵੇ, ਉਹ ਕਹਿੰਦੇ ਆ ਵੀ 2 ਲੱਖ ਰੁਪਈਆ ਦੇ ਦਿਓ, ਤੁਹਾਡਾ ਬੱਚਾ ਛੱਡ ਦੇਵਾਂਗੇ। ਬੰਦੇ ਦੇ ਕੋਲ ਘਰ ਦੇ ਵਿੱਚ ਕੋਈ ਫੁੱਟੀ ਕੌਡੀ ਨਹੀਂ, ਉਹ ਘਰ ਦਾ ਸਮਾਨ ਵੇਚ ਕੇ ਆਪਣੇ ਘਰ ਨੂੰ ਗਿਰਵੀ ਰੱਖ ਕੇ ਜਿੱਦਾਂ ਵੀ ਹੋਵੇ 2 ਲੱਖ ਰੁਪਈਆ ਇਕੱਠਾ ਕਰਕੇ ਉਹ ਦਿੰਦਾ ਏ। ਉਹ ਹੈ ਧਨ ਦੀ ਕੁਰਬਾਨੀ, ਜਿਹੜੀ ਕਿ ਬੰਦੇ ਨੇ ਦੁਖੀ ਹੋ ਕੇ ਕਰਜ਼ਾ ਚੁੱਕ ਕੇ ਵੀ ਧਨ ਦੀ ਕੁਰਬਾਨੀ ਕੀਤੀ। ਬੱਚੀ ਦਾ ਵਿਆਹ ਕੀਤਾ, ਵੱਧ ਚੜ੍ਹ ਕੇ ਕਰਜ਼ਾ ਚੁੱਕ ਕੇ ਧਨ ਦੀ ਕੁਰਬਾਨੀ ਕੀਤੀ। ਆਪਣੇ ਬੱਚੇ ਨੂੰ ਛਡਾਉਣ ਦੇ ਵਾਸਤੇ, ਉਹਦੀ ਜਾਨ ਬਚਾਉਣ ਵਾਸਤੇ ਬੰਦੇ ਨੇ ਧਨ ਦੀ ਕੁਰਬਾਨੀ ਕੀਤੀ। ਕਈ ਵਾਰੀ ਏਜੰਟ ਕਹਿੰਦੇ ਵੀ 40 ਲੱਖ ਦੇ ਦਿਓ ਜਾਂ 30 ਲੱਖ ਦੇ ਦਿਓ, ਤੁਹਾਡਾ ਬੱਚਾ ਇੱਥੋਂ ਸਿੱਧਾ ਅਮਰੀਕਾ ਭੇਜ ਦੇਵਾਂਗੇ। ਕਈ ਵਾਰੀ ਉਹ ਏਜੰਟ ਪੈਸੇ ਮਾਰ ਵੀ ਲੈਂਦੇ ਕਈ ਪਰਿਵਾਰਾਂ ਦੇ। ਉਹ ਸੀ ਧਨ ਦੀ ਕੁਰਬਾਨੀ, ਪਰ ਕਿਸੇ ਲੇਖੇ ਦੇ ਵਿੱਚ ਨਹੀਂ ਸੀ, ਆਪਣੇ ਵਾਸਤੇ ਕੀਤੀ ਸੀ। ਇੱਕ ਇਤਿਹਾਸ ਦੇ ਵਿੱਚ ਧਨ ਦੀ ਕੁਰਬਾਨੀ ਉਹ ਵੀ ਹੈ ਜਦੋਂ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਛੋਟੇ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਪਈਆਂ ਨੇ, ਤੇ ਵਜੀਦ ਖਾਂ ਕਹਿੰਦਾ ਹੈ ਵੀ ਸੋਨੇ ਦੀਆਂ ਮੋਹਰਾਂ ਖੜੇ ਰੋਕ ਵਿਛਾ ਕੇ ਜਿਹੜਾ ਜਿੰਨੀ ਜ਼ਮੀਨ ਖਰੀਦ ਲਵੇਗਾ ਓਨੀ ਦਿੱਤੀ ਜਾਵੇਗੀ। ਇੱਥੇ ਟੋਡਰ ਮੱਲ ਧਨ ਦੀ ਕੁਰਬਾਨੀ ਕਰਦਾ ਹੈ, ਤੇ ਉਹ ਆਪਣੀ ਜਿੰਨੀ ਵੀ ਜ਼ਿੰਦਗੀ ਦੀ ਕਮਾਈ ਹੈ ਉਸ ਟਾਈਮ ਤੇ ਉਹ ਜਿਹੜੀਆਂ ਸੋਨੇ ਦੀਆਂ ਮੋਹਰਾਂ ਨੂੰ ਖੜੀਆਂ ਕਰਕੇ ਉਹ ਜ਼ਮੀਨ ਖਰੀਦਦਾ ਹੈ। ਧਨ ਦੀ ਕੁਰਬਾਨੀ ਟੋਡਰ ਮੱਲ ਵੀ ਕਰਦਾ ਹੈ, ਪਰ ਇਤਿਹਾਸ ਦੇ ਵਿੱਚ ਨਾਂ ਟੋਡਰ ਮੱਲ ਦਾ ਹੈ ਜਿਹਨੇ ਧਰਮ ਦੇ ਵਾਸਤੇ ਜਿਹੜੀ ਸੀ ਧਨ ਦੀ ਕੁਰਬਾਨੀ ਕੀਤੀ। ਦੂਸਰੀ ਹੁੰਦੀ ਹੈ ਮਨ ਦੀ ਕੁਰਬਾਨੀ। ਕਈ ਵਾਰੀ ਆਪਾਂ ਦੇਖਦੇ ਹਾਂ ਮਨ ਦੀ ਕੁਰਬਾਨੀ ਮਨੁੱਖ ਨਾ ਚਾਹੁੰਦਿਆਂ ਹੋਇਆਂ ਵੀ ਕਈ ਵਾਰੀ ਉਹ ਚੀਜ਼ਾਂ ਨੂੰ ਜਰਨਾ ਪੈਂਦਾ ਹੈ। ਰਾਜਨੇਤਾ ਇੱਕ ਮਨ ਦੀ ਕੁਰਬਾਨੀ ਕਰਦਾ ਹੈ। ਜਦੋਂ ਕਈ ਵਾਰੀ ਵੋਟਾਂ ਮੰਗਣ ਵਾਸਤੇ ਆਉਂਦਾ ਹੈ ਤੇ ਪਿੰਡ ਦੇ ਵਿੱਚ ਜਿਹੜੇ ਉਹਨੂੰ ਕੁਝ ਮੋਹਤਬਰ ਬੰਦੇ ਕਹਿੰਦੇ ਆ ਵੀ ਮੰਤਰੀ ਸਾਹਿਬ ਐਰਕੀ ਤੁਸੀਂ ਸਾਡੇ ਪਿੰਡ ਦੇ ਵਿੱਚ ਵੋਟਾਂ ਮੰਗਣ ਆਏ ਹੋ, 2 ਵਾਰੀ ਤੁਹਾਨੂੰ ਅਸੀਂ ਅੱਗੇ ਜਿਤਾਇਆ ਹੈ, ਪਰ ਤੁਸੀਂ ਨਾ ਕੋਈ ਇੱਥੇ ਕਹਿ ਕੇ ਗਏ ਵੀ ਪਹਿਲਾਂ ਅਸੀਂ ਸਕੂਲ ਬਣਾਵਾਂਗੇ, ਹਸਪਤਾਲ ਬਣਾਵਾਂਗੇ, ਤੁਸੀਂ 1 ਰੁਪਈਆ ਤੱਕ ਨਹੀਂ ਖਰਚਿਆ। ਹੁਣ ਜੇ ਸਾਡੇ ਪਿੰਡ ਦੇ ਵਿੱਚ ਵੜੇ ਤੇ ਲੋਕ ਜੁੱਤੀਆਂ ਮਾਰ ਕੇ ਤੁਹਾਨੂੰ ਕੱਢਣਗੇ, ਲੋਕ ਤੁਹਾਡੇ ਸਿਰ ਦੇ ਵਿੱਚ ਸਵਾਹ ਪਾਉਣਗੇ। ਹਾਲਾਂਕਿ ਮੰਤਰੀ ਜਿਹੜਾ ਵੋਟਾਂ ਮੰਗਣ ਵਾਸਤੇ ਉਹ ਲੀਡਰ ਆਇਆ ਹੈ, ਉਹਦੇ ਮਨ ਦੇ ਅੰਦਰ ਇਹ ਹੁੰਦਾ ਹੈ ਵੀ ਕਿਤੇ ਮੇਰੇ ਸਾਹਮਣੇ ਹੋ ਤੇ ਮੇਰੇ ਕੋਲ ਤਾਕਤ ਹੁੰਦੀ ਤੁਹਾਨੂੰ ਗੱਡੀ ਦੇ ਥੱਲੇ ਦੇ ਕੇ ਮਾਰ ਦੇਣਾ ਸੀ, ਕਿਸੇ ਨੇ ਪੁੱਛਣਾ ਨਹੀਂ ਸੀ। ਪਰ ਉੱਥੇ ਉਹ ਮਨ ਦੀ ਕੁਰਬਾਨੀ ਕਰਦਾ ਹੈ, ਆਪਣੇ ਮਨ ਦੇ ਹੰਕਾਰ ਨੂੰ ਅੰਦਰੇ ਅੰਦਰ ਨੱਪ ਕੇ
ਉਹ ਕਹਿੰਦਾ ਵੇਖੋ ਜੀ ਇਹ ਤੇ ਪਿੰਡ ਮੇਰਾ ਹੀ ਹੈ, ਤੁਸੀਂ ਮੇਰੇ ਸਿਰ 'ਚ ਸਵਾਹ ਪਾਉਣੀ, ਮੈਂ ਹੁਣੀ ਆ ਭਰਾਵਾਂ ਦੀ ਪੈਰਾਂ ਦੀ ਮਿੱਟੀ ਲੈ ਕੇ ਮੱਥੇ ਤੇ ਲਾ ਲੈਣਾ, ਥੋੜ੍ਹੀ ਜਿਹੀ ਮਿੱਟੀ ਲੈ ਕੇ ਵੀ ਆਪਾਂ ਵੇਖਦੇ ਕਈ ਲੀਡਰ ਉਹ ਮੱਥੇ ਤੇ ਲਾ ਲੈਂਦੇ ਟਿੱਕਾ ਜਿਹਾ ਵੀ ਲਓ ਜੇ ਤੁਸੀਂ ਪਾਉਣੀ ਮੈਂ ਆਪਣੇ ਹੱਥੀਂ ਪਾ ਲੈਣਾ। ਮੈਂ ਤੇ ਚਾਹੁੰਦਾ ਇਹ ਪਿੰਡ ਮੇਰਾ ਆਪਣਾ ਪਿੰਡ, ਇੱਥੋਂ ਦੇ ਲੋਕ ਮੇਰੇ ਆਪਣੇ ਲੋਕ ਨੇ, ਪਰ ਕੀ ਕਰਾਂ ਬਹੁਤ ਕੰਮ ਜਿਹੜੀ ਹੈ ਉਹ ਸਰਕਾਰੀ ਤੌਰ 'ਤੇ ਕਰਨ ਵਾਸਤੇ ਕਾਗਜ਼ੀ ਕਾਰਵਾਈ ਕਰਨੀ ਪੈਂਦੀ, ਬਹੁਤ ਜ਼ਿਆਦਾ ਜਿਹੜੇ ਕੰਮ ਹੋ ਚੁੱਕੇ ਹੈ। ਕੁਝ ਲੀਡਰ ਇੱਦਾਂ ਦੇ ਉੱਪਰ ਬੈਠੇ ਸੀ ਜਿਨ੍ਹਾਂ ਨੇ ਆਪਣਾ ਇਹ ਕੰਮ ਸਿਰੇ ਨਹੀਂ ਚੜ੍ਹਨ ਦਿੱਤਾ। ਜੇ ਆਪਾਂ ਐਰਕੀ ਇਲੈਕਸ਼ਨ ਜਿੱਤ ਗਏ, ਐਰਕੀ ਪਹਿਲ ਦੇ ਆਧਾਰ 'ਤੇ ਆਪਣੇ ਪਿੰਡ ਦਾ ਕੰਮ ਹੋਵੇਗਾ। ਜੇ ਵਿਰੋਧੀ ਧਿਰ ਦਾ ਨੇਤਾ ਜਿੱਤ ਗਿਆ ਤਾਂ ਉਹ ਆਪਣਾ ਜਿੰਨਾ ਕੁ ਕੰਮ ਕੀਤਾ ਉਹ ਵੀ ਸਾਰਾ ਉੱਤੇ ਖੜ ਜਾਣਾ ਹੈ। ਹਾਲਾਂਕਿ ਲੋਕ ਗਾਲਾਂ ਕੱਢਦੇ ਪਏ ਨੇ, ਰਾਜਨੇਤਾ ਨੇ ਮਨ ਨੂੰ ਮਾਰਿਆ, ਆਪਣਾ ਮਨ ਮਾਰ ਕੇ ਆਪਣਾ ਮਨ ਜਿਹੜਾ ਸੀ ਉਹਨਾਂ ਦੇ ਅੱਗੇ ਰੱਖ ਕੇ ਉਹਨੇ ਵੋਟਾਂ ਲੈਣੀਆਂ ਸੀ, ਅਤੇ ਵੋਟਾਂ ਲੈਣ ਤੋਂ ਬਾਅਦ ਉਹ ਰਾਜਨੀਤਾ ਵੀ ਬਦਲ ਗਿਆ ਅਤੇ ਲੋਕ ਵੀ ਜਿਹੜੇ ਬਦਲ ਗਏ। ਭਾਵੇਂ ਕਿ ਲੋਕ ਬਾਅਦ ਵਿੱਚ ਫਿਰ ਮਗਰ ਜਾਂਦੇ ਹੈ, ਪਰ ਉਹ ਰਾਜਨੇਤਾ ਬਦਲ ਗਿਆ। ਇੱਕ ਵਾਰੀ ਮਨ ਦੀ ਕੁਰਬਾਨੀ ਰਾਜਨੇਤਾ ਨੂੰ ਵੀ ਕਰਨੀ ਪੈਂਦੀ ਹੈ। ਲੋਕ ਕਈ ਤਰ੍ਹਾਂ ਦੀਆਂ ਗਾਲਾਂ ਕੱਢਦੇ ਆ, ਉਹਨਾਂ ਦੇ ਪੁਤਲੇ ਫੂਕਦੇ ਆ, ਕਈ ਕੁਝ ਕਰਦੇ ਆ, ਪਰ ਆਪਾਂ ਵੇਖਿਆ ਵੀ ਉਹ ਰਾਜਨੇਤਾ ਹੱਥ ਜੋੜ ਕੇ ਜਿਹੜੇ ਆਪਣੀ ਮਨ ਦੀ ਕੁਰਬਾਨੀ ਕਰਕੇ ਉਹਨਾਂ ਨੇ ਸਾਰਾ ਕੁਝ ਬਦਲ ਲਿਆ, ਆਪਣੇ ਹੱਕ ਦੇ ਵਿੱਚ ਕਰ ਲਿਆ। ਉਹਨਾਂ ਨੂੰ ਪਤਾ ਹੈ ਕਿ ਮਨ ਦੀ ਕੁਰਬਾਨੀ ਦੇ ਕੇ ਸਾਨੂੰ ਇਹ ਇਲੈਕਸ਼ਨ ਜਿੱਤਣੀ ਪੈਣੀ ਹੈ। ਪਰ ਇੱਕ ਮਨ ਦੀ ਕੁਰਬਾਨੀ ਉਹ ਵੀ ਹੈ, ਚੰਗੀ ਭਲੀ ਦੁਕਾਨ ਚੱਲਦੀ ਹੈ, ਕਾਰੋਬਾਰ ਵੀ ਚੰਗਾ ਵਧੀਆ ਹੈ, ਪਰ ਜਦੋਂ ਕਰਤਾਰਪੁਰ ਦੀ ਧਰਤੀ 'ਤੇ ਜਾਂਦਾ, ਸੋਹਣੇ ਕੱਪੜੇ ਵੀ ਪਾਏ ਹੈ, ਅਤੇ ਹਜੂਰ ਜਿਹੜੇ ਹੈ ਉਹ ਚਿੱਕੜ ਦੇ ਨਾਲ ਭਰਿਆ ਹੋਇਆ ਡੀਲੇ ਦੀ ਪੰਡ ਕਹਿਣ ਲੱਗੇ ਭਾਈ ਲੈਣਿਆ ਸਿਰ 'ਤੇ ਰੱਖ। ਉਹ ਚਿੱਕੜ ਦੀ ਪੰਡ ਸਿਰ 'ਤੇ ਰੱਖ ਕੇ ਸਾਰੇ ਕੱਪੜੇ ਚਿੱਕੜ ਦੇ ਨਾਲ ਭਰੇ ਹੋਏ ਹੈ, ਪਰ ਮਨ ਜਿਹੜਾ ਵਾ ਉਹ ਝੁਕਿਆ ਹੋਇਆ ਹੈ ਗੁਰੂ ਦੇ ਚਰਨਾਂ ਦੇ ਵਿੱਚ ਕਿ ਮੇਰੇ ਗੁਰੂ ਦਾ ਹੁਕਮ ਹੈ। ਪਰ ਜਦੋਂ ਉਹੀ ਚਿੱਕੜ ਦੀ ਪੰਡ ਉਹ ਨਦੀਨ ਦੀ ਪੰਡ ਘਰ ਦੇ ਵਿੱਚ ਲਿਆ ਕੇ ਸੁੱਟਦੇ ਆ, ਅਤੇ ਮਾਤਾ ਸੁਲੱਖਣੀ ਵੇਖ ਕੇ ਧੰਨ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੀ ਤੁਸੀਂ ਵੀ ਹੱਦ ਕਰ ਦਿੰਦੇ ਜੇ, ਇੰਨੇ ਸੋਹਣੇ ਉਹਨੇ ਕੱਪੜੇ ਪਾਏ ਸੀ, ਅਮੀਰਾਂ ਦਾ ਲੜਕਾ ਲੱਗਦਾ ਏ, ਪਰ ਤੁਸੀਂ ਆ ਚਿੱਕੜ ਦੀ ਪੰਡ ਉਹਦੇ ਸਿਰ 'ਤੇ ਰੱਖ ਦਿੱਤੀ। ਆ ਦੇਖੋ ਸਾਰੇ ਕੱਪੜੇ ਚਿੱਕੜ ਦੇ ਨਾਲ ਉਹਦੇ ਖਰਾਬ ਹੋ ਗਏ ਨੇ। ਅਤੇ ਗੁਰੂ ਨਾਨਕ ਸਾਹਿਬ ਉੱਥੇ ਕੀ ਕਹਿੰਦੇ ਹੈ, ਇਉਂ ਗੁਰਮੁਖ ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟ ਕਾ ਲੇ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸੁਲੱਖਣੀਏ ਤੈਨੂੰ ਇਹ ਚਿੱਕੜ ਦੀ ਪੰਡ ਲੱਗਦੀ ਹੈ, ਪਰ ਇਹ ਦੀਨ ਦੁਨੀਆ ਦਾ ਛਤਰ ਮੈਂ ਲਹਿਣੇ ਦੇ ਸਿਰ ਦੇ ਉੱਪਰ ਰੱਖ ਦਿੱਤਾ ਹੈ। ਤੈਨੂੰ ਆ ਚਿੱਕੜ ਦੇ ਛਿੱਟੇ ਲੱਗਦੇ ਹੋਣਗੇ, ਪਰ ਇਹ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਇਹ ਅਤਰ ਦੇ ਛਿੱਟੇ ਇਹਦੇ ਕੱਪੜਿਆਂ ਦੇ ਉੱਪਰ ਪਾਏ ਆ। ਕਹਿੰਦੇ ਗੌਰ ਨਾਲ ਦੇਖੋ ਤੇ ਸਹੀ, ਕਿਉਂਕਿ ਇੱਥੇ ਮਨ ਵੇਚ ਚੁੱਕਾ ਹੈ, ਇੱਥੇ ਮਨ ਸਮਰਪਿਤ ਕਰ ਚੁੱਕਾ ਹੈ। ਦੁਨੀਆ ਦੀਆਂ ਗੱਲਾਂ ਸੁਣ ਕੇ ਲੀਡਰ ਉਹ ਕੁਰਸੀ ਤੱਕ, ਰਾਜਨੇਤਾ ਦੀ ਕੁਰਸੀ ਤੱਕ ਪਹੁੰਚਦੇ ਹੈ, ਪਰ ਗੁਰੂ ਦੇ ਅੱਗੇ ਸਮਰਪਿਤ ਭਾਵ ਕਰਕੇ ਆਪਣਾ ਮਨ ਗੁਰੂ ਦੇ ਅੱਗੇ ਵੇਚ ਕੇ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ। ਆਪਣਾ